ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ MCQ ਪ੍ਰੈਕਟਿਸ ਕਰਾਂਗੇ ਕੰਸਾਈਨਮੈਂਟ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੰਸਾਈਨਮੈਂਟ ਵਾਲਾ ਟੌਪਿਕ ਸਾਡਾ ਵਾਈਂਡ ਅਪ ਹੋ ਚੁੱਕਾ ਹੈ, ਠੀਕ ਹੈ। ਤੇ ਅੱਜ ਅਸੀਂ ਉਹਦੇ MCQs ਪ੍ਰੈਕਟਿਸ ਕਰਾਂਗੇ। 20 MCQs ਹੈ, ਇੱਕੋ ਕਲਾਸ ਦੇ ਵਿੱਚ ਕਰ ਲਵਾਂਗੇ। ਕਲਾਸ ਸ਼ਾਇਦ ਥੋੜੀ ਜਿਹੀ ਲੈਂਦੀ ਹੋ ਜਾਵੇ। ਸੋ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈ ਸਾਡੇ ਕੋਲ, ਇਨ ਅ ਕੰਸਾਈਨਮੈਂਟ ਟ੍ਰਾਂਜੈਕਸ਼ਨ, ਜਦੋਂ ਕੰਸਾਈਨਮੈਂਟ ਟ੍ਰਾਂਜੈਕਸ਼ਨ ਕੀਤੀ ਜਾਂਦੀ ਹੈ ਜਿਹਦੇ ਵਿੱਚ ਗੁੱਡਸ ਸੈਂਡ ਕੀਤੇ ਜਾਂਦੇ ਕੰਸਾਈਨਰ ਵੱਲੋਂ ਕੰਸਾਈਨੀ ਨੂੰ, ਤਾਂ ਓਨਰਸ਼ਿਪ ਆਫ ਦਾ ਗੁੱਡਸ ਰਿਮੇਨਸ ਵਿਦ, ਜਿਹੜੀ ਓਨਰਸ਼ਿਪ ਹੈ ਗੁੱਡਸ ਦੀ ਉਹ ਕਿਹਦੇ ਕੋਲ ਰਹਿੰਦੀ ਹੈ। ਦੇਖੋ ਮੈਂ ਤੁਹਾਨੂੰ ਦੱਸਿਆ ਸੀ ਡਿਫਰੈਂਸ ਦੇ ਵਿੱਚ, ਸੇਲਸ ਦੇ ਵਿੱਚ ਜਿਹੜੀ ਗੁੱਡਸ ਦੀ ਓਨਰਸ਼ਿਪ ਹੈ ਉਹ ਟ੍ਰਾਂਸਫਰ ਹੁੰਦੀ ਹੈ ਸੈਲਰ ਟੂ ਬਾਇਰ, ਹੈ ਨਾ। ਪਰ ਮੈਂ ਤੁਹਾਨੂੰ ਇਹ ਚੀਜ਼ ਦੱਸੀ ਸੀ ਕਿ ਜਦੋਂ ਮੈਂ ਡਿਫਰੈਂਸ ਕਰਵਾਇਆ ਸੀ ਕਿ ਕੰਸਾਈਨਮੈਂਟ ਦੇ ਵਿੱਚ ਕੰਸਾਈਨਰ ਵੱਲੋਂ ਭੇਜੇ ਗਏ ਗੁੱਡਸ ਕੰਸਾਈਨੀ ਨੂੰ ਉਹਦੇ ਨਾਲ ਓਨਰਸ਼ਿਪ ਟ੍ਰਾਂਸਫਰ ਨਹੀਂ ਹੁੰਦੀ, ਸਿਰਫ ਪੋਜੈਸ਼ਨ ਟ੍ਰਾਂਸਫਰ ਹੁੰਦਾ ਹੈ। ਯਾਦ ਰੱਖਣਾ, ਸਿਰਫ ਕੀ ਟ੍ਰਾਂਸਫਰ ਹੁੰਦਾ, ਪੋਜੈਸ਼ਨ, ਠੀਕ ਹੈ। ਓਨਰਸ਼ਿਪ ਟ੍ਰਾਂਸਫਰ ਨਹੀਂ ਹੁੰਦੀ। ਤਾਂ ਓਨਰਸ਼ਿਪ ਕਿਹਦੇ ਕੋਲ ਰਹਿੰਦੀ ਹੈ, ਕੰਸਾਈਨਰ ਦੇ ਕੋਲ ਹੀ ਰਹਿੰਦੀ ਹੈ ਓਨਰਸ਼ਿਪ। ਸੋ ਇਸ ਕੁਐਸਚਨ ਦਾ ਆਪਸ਼ਨ ਨੰਬਰ B ਕਰੈਕਟ ਹੋ ਜਾਏਗਾ। ਗੁੱਡਸ ਦੀ ਓਨਰਸ਼ਿਪ ਕਿਹਦੇ ਕੋਲ ਰਹੇਗੀ, ਕੰਸਾਈਨਰ ਕੋਲ ਰਹੇਗੀ। ਇਨ ਕੰਸਾਈਨਮੈਂਟ ਗੁੱਡਸ ਆਰ ਓਨਡ ਬਾय ਦ ਕੰਸਾਈਨਰ ਅੰਟਿਲ ਸੋਲਡ, ਜਦ ਤੱਕ ਉਹ ਵਿਕ ਨਹੀਂ ਜਾਂਦੇ ਤਦ ਤੱਕ ਉਹਦੀ ਓਨਰਸ਼ਿਪ ਕੰਸਾਈਨਰ ਦੇ ਕੋਲ ਹੀ ਰਹਿੰਦੀ ਹੈ। ਕੰਸਾਈਨੀ ਸਿਰਫ ਇੱਕ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਉਸ ਗੁੱਡਸ ਨੂੰ ਵੇਚਦਾ ਹੈ। ਸੈਕਿੰਡ ਕੁਐਸਚਨ ਦੇਖੋ, ਵਿਚ ਆਫ ਦ ਫੋਲੋਇੰਗ ਇਜ਼ ਟ੍ਰੀਟਡ ਐਜ਼ ਨॉन ਰਿਕਰਿੰਗ ਐਕਸਪੈਂਸਿਸ ਇਨ ਕੰਸਾਈਨਮੈਂਟ। ਦੇਖੋ ਗੋਡਾਊਨ ਰੈਂਟ ਹੋ ਗਿਆ, ਸੈਲਿੰਗ ਕਮਿਸ਼ਨ ਹੋ ਗਿਆ, ਐਡਵਰਟਾਈਜ਼ਮੈਂਟ ਹੋ ਗਿਆ, ਵੇਚਣ ਦੇ ਨਾਲ ਜੋ ਚੀਜ਼ਾਂ ਰਿਲੇਟਡ ਹੈ ਉਹ ਰਿਕਰਿੰਗ ਐਕਸਪੈਂਸਿਸ ਹੈ। ਪਰ ਜਦੋਂ ਗੁੱਡਸ ਕੰਸਾਈਨੀ ਤੱਕ ਪਹੁੰਚਾਣੇ ਉਹ ਵਾਲੇ ਜਿਹੜੇ ਐਕਸਪੈਂਸਿਸ ਆ ਉਹ ਸਾਰੇ ਨॉन ਰਿਕਰਿੰਗ ਐਕਸਪੈਂਸਿਸ ਹੈ। ਤਾਂ ਆਪਸ਼ਨ A ਇਹਦਾ ਕਰੈਕਟ ਹੋ ਜਾਏਗਾ, ਫਰੇਟ ਐਂਡ ਇੰਸ਼ੋਰੈਂਸ। नॉन रिकरिंग एक्सपेंसिस आर इंकर टू ब्रिंग गुड्स टू द कंसाइनी, सिर्फ उदों ही किए जाते जो गुड्स कंसाइनी तक लैके आने। रिकरिंग एक्सपेंसिस रिलेटिड टू स्टोरेज एंड सैलिंग, जो भी सैलिंग और स्टोरेज ने नाल रिलेटिड हो गए वो सारे रिकरिंग एक्सपेंसिस हो गए। नैक्सट क्वेश्चन है, नॉर्मल लॉस इन कंसाइनमेंट इज़, नॉर्मल लॉस की होंदा है कंसाइनमेंट के अंदर, अनअवॉइडेबल लॉस होंदा है, अवॉइडेबल लॉस होंदा है, एबनॉर्मल लॉस होंदा है, लॉस ड्यू टू कंसाइनी नैगलीजेंस। देखो ਜਿਹੜਾ ਕੰਸਾਈਨੀ ਦੀ ਨੈਗਲੀਜੈਂਸ ਨਾਲ ਹੋਏਗਾ ਉਹ ਹੋ ਜਾਏਗਾ ਐਬਨੋਰਮਲ, ਤਾਂ ਇਹਨੂੰ ਕੱਟ ਦਿਓ। ਐਬਨੋਰਮਲ ਲੋਸ ਤਾਂ ਐਬਨੋਰਮਲ ਹੀ ਹੋਏਗਾ, ਇਹਨੂੰ ਵੀ ਕੱਟ ਦਿਓ। ਇਹ ਜਿਹੜਾ ਨਾਰਮਲ ਲੋਸ ਹੁੰਦਾ ਉਹਨੂੰ ਤੁਸੀਂ ਅਵੋਇਡ ਨਹੀਂ ਕਰ ਸਕਦੇ, ਉਹਨੂੰ ਕੋਸਟ ਦੇ ਵਿੱਚ ਇੰਕਲੂਡ ਕਰਕੇ ਹੀ ਚੱਲਣਾ ਪੈਂਦਾ, ਤਾਂ ਉਹ ਹੋ ਜਾਂਦਾ ਅਨਅਵੋਇਡੇਬਲ ਲੋਸ। ਨॉर्मल लॉस इज़ इनहेरेंट इन द गुड्स, लाइक वो गुड्स के अंदर ही होंगे, जिद्दां एवेपोरेशन, लीकेज, ड्राइंग। इट कैन नॉट बी अवॉइडेड एंड इट्स वैल्यू इज़ अब्जॉर्ब्ड बाय रिमेनिंग गुड्स। ਉਹਨੂੰ ਆਪਾਂ ਅਵੋਇਡ ਨਹੀਂ ਕਰ ਸਕਦੇ ਤੇ ਉਹਦੀ ਵੈਲਿਊ ਜਿਹੜੇ ਬਾਕੀ ਦੇ ਬੱਚੇ ਸਹੀ ਗੁੱਡਸ ਆ ਉਹ ਐਬਜ਼ੌਰਬ ਕਰ ਲੈਂਦੇ ਆ ਆਪਣੇ ਅੰਦਰ। ਨੈਕਸਟ ਦੇਖੋ, ਇਫ ਗੁੱਡਸ ਵਰਥ ਰੁਪੀਜ਼ 1 ਲੱਖ ਆਰ ਇਨਵੋਇਸਡ ਐਟ 25% ਅਬਵ ਕੋਸਟ ਦੈਨ ਦਾ ਇਨਵੋਇਸ ਪ੍ਰਾਈਸ ਵਿਲ ਬੀ। ਕਹਿੰਦੇ ਗੁੱਡਸ ਦੀ ਕੀਮਤ ਸੀਗੀ 1 ਲੱਖ, ਪਰ ਜਦੋਂ ਕੰਸਾਈਨਰ ਨੇ ਉਹਨੂੰ ਕੰਸਾਈਨੀ ਨੂੰ ਭੇਜਿਆ ਉਹ 25% ਅਬਵ ਕੋਸਟ 'ਤੇ ਭੇਜਿਆ, ਤਾਂ ਦੱਸੋ ਇਨਵੋਇਸ ਪ੍ਰਾਈਸ ਕੀ ਹੋਏਗਾ। ਸਿੰਪਲ ਤੁਸੀਂ ਕੀ ਕਰੋਗੇ, 1 ਲੱਖ ਦਾ 25% ਕਰ ਦੋਗੇ, ਇਹ ਆਏਗਾ ਤੁਹਾਡੇ ਕੋਲ 25,000, ਠੀਕ ਹੈ। ਇਹ ਹੋ ਗਈ ਲੋਡਿੰਗ, ਇਹਦੇ ਵਿੱਚ 1 ਲੱਖ ਜੋ ਓਰੀਜਨਲ ਕੋਸਟ ਹੈ ਉਹ ਐਡ ਕਰ ਦੋਗੇ, ਤੁਹਾਡੇ ਕੋਲ ਇਨਵੋਇਸ ਪ੍ਰਾਈਸ ਆ ਜਾਏਗਾ 1,25,000। ऑप्शन B करेक्ट हो जाएगा, कॉस्ट प्लस 25% इनवॉइस प्राइस होएगा, ठीक है। जो भी लोडिंग होएगी 1 लाख प्लस 25,000 कर दोगे 1,25,000 आ जाएगा। नेक्स्ट देखो, वैन गुड्स आर सेंट ऑन कंसाइनमेंट द जर्नल एंट्री इन द बुक ऑफ कंसाइनर इज, जो गुड्स भेजे गए कंसाइनमेंट वास्ते जर्नल एंट्री की होएगी इन द बुक ऑफ कंसाइनर। कंसाइनमेंट अकाउंट डेबिट टू गुड्स सेंट ऑन कंसाइनमेंट अकाउंट, कंसाइनी अकाउंट डेबिट टू कंसाइनमेंट अकाउंट, कंसाइनमेंट अकाउंट डेबिट टू कैश अकाउंट, गुड्स सेंट ऑन कंसाइनमेंट अकाउंट डेबिट टू कंसाइनमेंट अकाउंट। सो ਇਹਦਾ ऑप्शन A करेक्ट हो जाएगा। सारी जर्नल एंट्री करवाई है मैं विद रूल्स। सो ਇਹਦਾ ऑप्शन A करेक्ट हो जाएगा। कंसाइनमेंट अकाउंट ਨੂੰ डेबिट करोगे टू गुड सेंट ऑन कंसाइनमेंट करोगे, क्योंकि कंसाइनमेंट अकाउंट की ये नॉमिनल अकाउंट है, परचेजेज हो रही हैं, एक तरह की मेरी लागत लग रही है, ठीक है। वो हो जाएगा थोड़ा डेबिट। सो ऑप्शन A ਦਾ करेक्ट हो जाएगा। मैं सारी जर्नल एंट्रीज कराई हैं इन द बुक ऑफ कंसाइनर एज वैल एज इन द बुक ऑफ कंसाइनी, उन्होंने पिछे दे रूल्स भी मैं थोड़ा दसे हैं। सो गुड सेंट ऑन कंसाइनमेंट की एंट्री की बनेगी, कंसाइनमेंट अकाउंट डेबिट करोगे, गुड सेंट ऑन कंसाइनमेंट अकाउंट क्रेडिट करोगे। एक्सप्लेनेशन की है, ऑन सेंडिंग गुड्स कंसाइनमेंट अकाउंट डेबिट हो जाएगा क्योंकि कंसाइनमेंट अकाउंट की नॉमिनल अकाउंट है, तो गुड सेंड क्रेडिटेड हो जाएगा क्योंकि मेरे एसेट कट रहे। नेक्स्ट देखो, इफ देयर इज एन एबनॉर्मल लॉस ऑन कंसाइनमेंट, अगर एबनॉर्मल लॉस है कंसाइनमेंट के अंदर तो उन्होंने कितने ट्रांसफर
ਕੀਤਾ ਜਾਂਦਾ। ਤੇ ਮੈਂ ਤੁਹਾਨੂੰ ਦੱਸਿਆ ਸੀਗਾ ਜਿਹੜਾ ਨਾਰਮਲ ਲੋਸ ਹੁੰਦਾ ਉਹਨੂੰ ਐਬਜ਼ੌਰਬ ਕਰ ਲੈਂਦੀ ਹੈ ਬਾਕੀ ਦੇ ਬੱਚੇ ਗੁੱਡਸ, ਪਰ ਜਿਹੜਾ ਐਬਨੋਰਮਲ ਲੋਸ ਹੈ ਉਹਨੂੰ ਅਲਟੀਮੇਟਲੀ ਕਿੱਥੇ ਟ੍ਰਾਂਸਫਰ ਕਰਦੇ ਹਾਂ ਅਸੀਂ, ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚ। ਕੰਸਾਈਨਮੈਂਟ ਅਕਾਊਂਟ ਦੇ ਵਿੱਚ ਨਹੀਂ ਕੀਤਾ ਜਾਂਦਾ, ਕੰਸਾਈਨੇ 'ਚ ਵੀ ਨਹੀਂ ਕੀਤਾ ਜਾਂਦਾ, ਗੁੱਡਸ ਐਂਡ ਔਨ ਕੰਸਾਈਨਮੈਂਟ ਅਕਾਊਂਟ 'ਚ ਵੀ ਨਹੀਂ ਕੀਤਾ ਜਾਂਦਾ, ਕਿੱਦਾਂ ਕਰਦੇ ਆ ਇਹਨੂੰ ਆਪਾਂ ਟ੍ਰਾਂਸਫਰ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚ। ਜੋ ਵੀ ਐਬਨੋਰਮਲ ਲੋਸ ਹੈ ਲਾਈਕ ਫਾਇਰ ਨਾਲ, ਐਕਸੀਡੈਂਟ ਨਾਲ, ਥੈਫਟ ਨਾਲ, ਇਜ਼ ਨਾਟ ਅ ਪਾਰਟ ਆਫ ਕੰਸਾਈਨਮੈਂਟ ਕੋਸਟ, ਉਹ ਕੰਸਾਈਨਮੈਂਟ ਕੋਸਟ ਦਾ ਹਿੱਸਾ ਨਹੀਂ ਹੈ, ਉਹਨੂੰ ਕਿੱਥੇ ਟ੍ਰਾਂਸਫਰ ਕੀਤਾ ਜਾਂਦਾ ਹੈ, P&L ਅਕਾਊਂਟ ਦੇ ਵਿੱਚ। ਨੈਕਸਟ ਕੁਐਸਚਨ ਹੈ in consignment the consignee expenses are reimbursed to him by the consignor except, ਕਹਿੰਦੇ ਉਹ ਕਿਹੜੇ ਐਕਸਪੈਂਸਿਸ ਹੈ ਜਿਹੜੇ ਸਾਰੇ ਤਾਂ ਕੰਸਾਈਨੀ ਦੇ ਜਿੰਨੇ ਵੀ ਐਕਸਪੈਂਸਿਸ ਹੁੰਦੇ ਉਹਨੂੰ ਵਾਪਸ ਕਰ ਦਿੱਤੇ ਜਾਂਦੇ ਉਹਦੇ ਖਰਚੇ, ਪਰ ਉਹਦੇ ਇਲਾਵਾ ਇੱਕ ਇੱਦਾਂ ਦਾ ਐਕਸਪੈਂਸ ਹੈ ਜੋ ਵਾਪਸ ਨਹੀਂ ਕੀਤਾ ਜਾਂਦਾ, ਫਰੇਟ, ਗੋਡਾਊਨ ਰੈਂਟ, ਐਡਵਰਟਾਈਜ਼ਮੈਂਟ, ਬੈਡ ਡੈਟਸ। ਦੇਖੋ ਸਾਰੇ ਦੇ ਸਾਰੇ ਪਹਿਲੇ ਤਿੰਨ ਜਿਹੜੇ ਹੈ ਉਹ ਰੀਇੰਬਰਸ ਕਰ ਦਿੱਤੇ ਜਾਂਦੇ ਕੰਸਾਈਨਰ ਵੱਲੋਂ, ਠੀਕ ਹੈ, ਕੰਸਾਈਨੀ ਨੂੰ। ਅਰੇ ਬੈਡ ਡੈਟਸ ਜੇ ਉਹਨੂੰ ਡੈਲਕੈਡਰੇ ਕਮਿਸ਼ਨ ਮਿਲ ਰਹੀ ਹੈ ਤਾਂ ਬੈਡ ਡੈਟ ਦਾ ਸਾਰਾ ਖਰਚਾ ਹੈ, ਜਿਹੜਾ ਸਾਰਾ ਨੁਕਸਾਨ ਹੈ ਉਹ ਕੌਣ ਭੁਗਤਦਾ ਹੈ, ਕੰਸਾਈਨੀ ਖੁਦ ਭੁਗਤਦਾ। ਐਕਸਪਲੇਨੇਸ਼ਨ 'ਚ ਵੀ ਇਹੀ ਚੀਜ਼ ਲਿਖੀ ਕਿ ਸਾਰੇ ਜੈਨੂਇਨ ਐਕਸਪੈਂਸਿਸ ਹੈ ਜਿਹੜੇ ਬੇਅਰ ਕਰ ਲੂਗਾ ਕੰਸਾਈਨਰ, ਪਰ ਜੇ ਕੰਸਾਈਨੀ ਨੂੰ ਡੈਲਕੈਡਰੇ ਕਮਿਸ਼ਨ ਮਿਲ ਰਹੀ ਹੈ ਤਾਂ ਉਹ ਸਾਰੇ ਐਕਸਪੈਂਸਿਸ, ਬੈਡ ਡੈਟਸ ਦਾ ਜਿੰਨਾ ਵੀ ਲੋਸ ਹੈ ਉਹ ਕੰਸਾਈਨੀ ਖੁਦ ਚੱਕੇਗਾ। ਨੈਕਸਟ ਹੈ A consignee is entitled to del cadre commission for, del cadre commission consignee ਨੂੰ ਕਿਹਦੇ ਵਾਸਤੇ ਮਿਲਦੀ ਹੈ, losses including abnormal loss, guarantee recovering credit sale, guarantee recovering cash sale, bearing expenses। ਤੇ ਮੈਂ ਤੁਹਾਨੂੰ ਕਿਹਾ ਸੀ ਬੈਡ ਡੈਟਸ ਵਾਸਤੇ ਮਿਲਦੀ ਹੈ। ਬੈਡ ਡੈਟਸ ਕਿਹਦੇ ਉੱਤੇ ਹੁੰਦੇ, ਕ੍ਰੈਡਿਟ ਸੇਲਸ ਦੇ ਉੱਤੇ ਹੁੰਦੇ, ਜੋ ਉਧਾਰ ਦੇ ਉੱਤੇ ਕੀਤੀ ਜਾਂਦੀ ਹੈ, ਤਾਂ ਆਪਸ਼ਨ ਬੀ ਇਹਦਾ ਕਰੈਕਟ ਹੋ ਜਾਏਗਾ, ਬਾਕੀ ਸਾਰੇ ਆਪਸ਼ਨ ਐਲੀਮੀਨੇਟ ਹੋ ਜਾਊਗੇ। ਕਾਹਦੇ ਵਾਸਤੇ ਦਿੱਤੀ ਜਾਂਦੀ ਹੈ, ਗਰੰਟੀ ਰਿਕਵਰੀ ਆਫ ਕ੍ਰੈਡਿਟ ਸੇਲਸ। ਡੈਲ ਕੈਡਰੇ ਕਮਿਸ਼ਨ ਇਜ਼ ਐਕਸਟਰਾ ਕਮਿਸ਼ਨ, ਇਹ ਐਕਸਟਰਾ ਕਮਿਸ਼ਨ ਹੁੰਦੀ ਹੈ ਤਾਂ ਕਿ ਉਹ ਰਿਸਪੌਂਸਿਬਿਲਿਟੀ ਚੱਕੇ ਜਿੰਨੇ ਵੀ ਬੈਡ ਡੈਟਸ ਹੋਏ ਹੈ ਕ੍ਰੈਡਿਟ ਸੇਲਸ ਤੇ ਉਹ ਉਹਦਾ ਹੀ, ਠੀਕ ਹੈ। ਨੈਕਸਟ ਦੇਖੋ, ਇਨ ਵੈਲਿਊਏਸ਼ਨ ਆਫ ਅਨਸੋਲਡ ਸਟਾਕ ਔਨ ਕੰਸਾਈਨਮੈਂਟ ਦਾ ਕੋਸਟ ਇਜ਼ ਕੈਲਕੂਲੇਟਡ। ਜਿਹੜੇ ਵੀ ਵੈਲਿਊਏਸ਼ਨ ਕਰਨੀ ਹੈ ਆਪਾਂ ਕੰਸਾਈਨਮੈਂਟ ਦੇ ਉੱਤੇ ਅਨਸੋਲਡ ਸਟਾਕ ਦੀ, ਮਤਲਬ ਕਲੋਜ਼ਿੰਗ ਸਟਾਕ ਦੀ, ਉਹਦੀ ਕੋਸਟ ਕਿੱਦਾਂ ਨਿਕਲਦੀ ਹੈ। ਦੇਖੋ, ਵਿਦਾਊਟ ਕੰਸੀਡਰਿੰਗ ਨਾਰਮਲ ਲੋਸ, ਨਾਰਮਲ ਲੋਸ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ। ਆਫਟਰ ਐਡਜਸਟਿੰਗ ਨਾਰਮਲ ਲੋਸ, ਆਫਟਰ ਐਡਜਸਟਿੰਗ ਐਬਨੋਰਮਲ ਲੋਸ ਐਟ ਮਾਰਕੀਟ ਪ੍ਰਾਈਸ ਓਨਲੀ। ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਾਰਮਲ ਲੋਸ ਹੈ ਜਿਹੜਾ ਉਹਨੂੰ ਕੋਸਟ ਦੇ ਵਿੱਚ ਐਬਜ਼ੌਰਬ ਕੀਤਾ ਜਾਂਦਾ ਹੈ। ਆਪਸ਼ਨ ਏ ਗਲਤ ਹੋ ਜਾਏਗਾ, ਵਿਦਾਊਟ ਨਹੀਂ, ਉਹਨੂੰ ਆਪਾਂ ਇਨਕਲੂਡ ਕਰਦੇ ਹਾਂ। ਆਫਟਰ ਐਡਜਸਟਿੰਗ ਨਾਰਮਲ ਲੋਸ ਇਹਦਾ ਕਰੈਕਟ ਆਂਸਰ ਹੋ ਜਾਏਗਾ। ਐਡਜਸਟਿੰਗ ਨਾਰਮਲ ਲੋਸ ਨਹੀਂ ਕਰਦੇ, ਇਹਨੂੰ ਆਪਾਂ ਐਕਸਕਲੂਡ ਕਰ ਦਿੰਦੇ ਹੁੰਦੇ ਹਾਂ, ਮਾਰਕੀਟ ਪ੍ਰਾਈਸ ਦੇ ਉੱਤੇ ਆਪਾਂ ਨਹੀਂ ਕਰਦੇ। ਸੋ ਦੇਖੋ, ਕਲੋਜ਼ਿੰਗ ਸਟਾਕ ਦੀ ਵੈਲਿਊ ਕੀ ਹੁੰਦੀ ਹੈ, ਪ੍ਰਪੋਰਸ਼ਨੇਟ ਕੋਸਟ ਹੁੰਦੀ ਹੈ ਪਲੱਸ ਪ੍ਰਪੋਰਸ਼ਨੇਟ ਨॉन ਰਿਕਰਿੰਗ ਐਕਸਪੈਂਸਿਸ ਹੁੰਦੇ ਆ, ਐਡਜਸਟਿਡ ਫॉर ਨਾਰਮਲ ਲੋਸ, ਉਹਨੂੰ ਐਡਜਸਟ ਕਰਕੇ ਆਪਾਂ ਕਿਹਦੀ ਵੈਲਿਊ ਨਿਕਾਲਦੇ ਹੁੰਦੇ ਹਾਂ, ਕਲੋਜ਼ਿੰਗ ਸਟਾਕ ਦੀ। ਕੁਐਸਚਨ ਨੰਬਰ 10 ਹੈ ਸਾਡੇ ਕੋਲ, ਗੁੱਡਸ ਕੋਸਟਿੰਗ ₹50,000 ਵਾਸ ਸੈਂਟ ਔਨ ਕੰਸਾਈਨਮੈਂਟ 20% ਅਬਵ ਕੋਸਟ। ਕਹਿੰਦੇ ਕਿ ਜਿਹੜੇ ਗੁੱਡਸ ਹੈ ਉਹ 50,000 ਕੋਸਟਿੰਗ ਦੇ ਉੱਤੇ ਭੇਜੇ ਗਏ, ਕੰਸਾਈਨਮੈਂਟ ਦੇ ਉੱਤੇ 20% ਅਬਵ ਕੋਸਟ, ਮਤਲਬ ਕੋਸਟ ਦੇ ਉੱਤੇ 20% ਐਕਸਟਰਾ ਲਗਾ ਕੇ ਭੇਜਿਆ ਗਿਆ, ਮਤਲਬ ਹੋ ਗਿਆ ਇਨਵੋਇਸ ਪ੍ਰਾਈਸ। ਜਿਹੜਾ 1/5 ਗੁੱਡਸ ਹੈ ਉਹ ਅਨਸੋਲਡ ਰਹਿ ਗਿਆ, ਦਾ ਵੈਲਿਊ ਆਫ ਅਨਸੋਲਡ ਗੁੱਡਸ ਐਟ ਕੋਸਟ, ਹੁਣ ਉਹਨਾਂ ਨੇ ਕਿਹਾ ਐਟ ਕੋਸਟ ਨਿਕਾਲਣੀ ਹੈ, ਠੀਕ ਹੈ। ਵੈਸੇ ਵੀ ਆਪਾਂ ਕੋਸਟ ਦੇ ਉੱਤੇ ਹੀ ਨਿਕਾਲਦੇ ਹਾਂ, ਲੋਡਿੰਗ ਨੂੰ ਮਾਈਨਸ ਕੀਤਾ ਜਾਂਦਾ ਹੈ, ਪਰ ਇੱਥੇ ਮੈਂਸ਼ਨ ਵੀ ਕੀਤਾ ਗਿਆ ਕਿ ਐਟ ਕੋਸਟ ਨਿਕਾਲਣੀ ਹੈ, ਤਾਂ ਤੁਸੀਂ ਇਹ ਵਾਲੀ ਲਾਈਨ ਨੂੰ ਇਗਨੋਰ ਕਰੋਗੇ ਕਿਉਂਕਿ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਆਪਾਂ ਕੋਸਟ ਵਾਲੀ ਵੈਲਿਊ ਹੀ ਚੱਕਣੀ ਹੈ। 50,000 ਦਾ ਸਿੱਧਾ 1/5 ਕਰ ਦੋਗੇ, ਤੁਹਾਡੇ ਕੋਲ ਕਿੰਨਾ ਆਏਗਾ, 10,000, ਤਾਂ 10,000 ਦੀ ਵੈਲਿਊ ਹੀ ਕੀ ਹੋਏਗੀ, ਕਲੋਜ਼ਿੰਗ ਸਟਾਕ ਹੋਏਗੀ। ਟੋਟਲ ਗੁੱਡਸ ਕਿੰਨੇ ਕੋਸਟਿੰਗ ਦੇ ਹੈ, 50,000 ਦੇ, ਅਨਸੋਲਡ ਕਿੰਨੇ ਹੈ, 1/5, ਤਾਂ 1/5 ਦੀ ਵੈਲਿਊ 50,000 ਤੇ ਕਿੰਨੀ ਆਏਗੀ, 10,000 ਐਟ ਕੋਸਟ। ਵੈਲਿਊਏਸ਼ਨ ਇਜ਼ ਡਨ ਐਟ ਕੋਸਟ ਨॉट ਐਟ ਇਨਵੋਇਸ ਪ੍ਰਾਈਸ, ਕਿਉਂਕਿ ਉਹਨਾਂ ਨੇ ਮੈਂਸ਼ਨ ਵੀ ਕੀਤਾ ਇਨਵੋਇਸ ਪ੍ਰਾਈਸ ਤੇ ਨਹੀਂ ਨਿਕਾਲਣਾ, ਔਰ ਵੈਸੇ ਵੀ ਇਹ ਰੂਲ ਹੁੰਦਾ ਹੈ ਕਿ ਕਲੋਜ਼ਿੰਗ ਸਟਾਕ ਇਨਵੋਇਸ ਪ੍ਰਾਈਸ ਦੇ ਉੱਤੇ ਨਹੀਂ ਨਿਕਲਦਾ, ਕੋਸਟ ਦੇ ਉੱਤੇ ਨਿਕਲਦਾ। ਕੁਐਸਚਨ ਨੰਬਰ 11 ਹੈ ਸਾਡੇ ਕੋਲ, ਗੁੱਡਸ ਕੋਸਟਿੰਗ ₹1,20,000 ਆਰ ਸੈਂਟ ਔਨ ਕੰਸਾਈਨਮੈਂਟ ਐਟ ਇਨਵੋਇਸ ਪ੍ਰਾਈਸ ਆਫ 25% ਅਬਵ ਕੋਸਟ, ਲੋਡਿੰਗ ਇੰਕਲੂਡ ਇਨ ਦਾ ਇਨਵੋਇਸ ਪ੍ਰਾਈਸ। ਲੋਡਿੰਗ ਦੱਸਣੀ ਹੈ ਕਿੰਨੀ ਹੈ, ਦੇਖੋ 1,20,000, ਠੀਕ ਹੈ, 25% ਕਰੋਗੇ, 2 0 ਇਦਾਂ ਕੈਂਸਲ ਹੋ ਜਾਓਗੇ, 1200 ਨੂੰ ਜਦੋਂ ਤੁਸੀਂ 25 ਨਾਲ ਮਲਟੀਪਲਾਈ ਕਰੋਗੇ ਤੁਹਾਡੇ ਕੋਲ ਆਏਗਾ 30,000, ਠੀਕ ਹੈ। ਸੋ ਇਹਦਾ ਆਪਸ਼ਨ ਸੀ ਕਰੈਕਟ ਹੈ, 30,000 ਆਏਗਾ। ਦੇਖੋ ਕੈਲਕੂਲੇਸ਼ਨ, 1,20,000 ਪਲੱਸ 25% ਹੋ ਗਿਆ ਸਾਡੇ ਕੋਲ 1,50,000, ਠੀਕ ਹੈ। 1,50,000 ਦੇ ਵਿੱਚੋਂ ਤੁਸੀਂ ਕੋਸਟ ਮਾਈਨਸ ਕਰ ਦਿਓ 1,20,000, ਤਾਂ ਤੁਹਾਡੇ ਕੋਲ ਕਿੰਨਾ ਆਏਗਾ, 30,000। ਡਾਇਰੈਕਟ ਇੱਦਾਂ ਵੀ ਨਿਕਾਲ ਸਕਦੇ ਆ ਮਾਈਨਸ ਕਰਕੇ, ਬਟ ਇਹ ਥੋੜਾ ਜਿਹਾ ਲੈਂਦੀ ਪ੍ਰੋਸੀਜਰ ਹੋ ਜਾਂਦਾ। ਇੰਨਾ ਯਾਦ ਰੱਖਣਾ, ਜਿੰਨਾ ਪਰਸੈਂਟੇਜ ਹੋਏਗਾ ਉਨੀ ਹੀ ਲੋਡਿੰਗ ਹੋਏਗੀ। ਕੋਸਟ ਤੇ ਉਹਦੀ ਪਰਸੈਂਟੇਜ ਵੈਲਿਊ ਨਿਕਾਲ ਦੋਗੇ, ਉਹੀ ਲੋਡਿੰਗ ਹੋਏਗਾ ਤੇ ਉਹੀ ਲੋਡਿੰਗ ਤੁਹਾਡਾ ਆਂਸਰ ਹੋਏਗਾ। 1,20,000 ਦਾ 20% ਕਰੋਗੇ, ਤੁਹਾਡੇ ਕੋਲ 30,000 ਰੁਪੀਜ਼ ਆਏਗਾ ਜੋ ਲੋਡਿੰਗ ਹੈ, ਬਸ ਸੀ ਆਪਸ਼ਨ ਕਰੈਕਟ। ਨਹੀਂ ਤਾਂ ਜੋ ਮੈਂ ਐਕਸਪਲੇਨੇਸ਼ਨ ਦੇ ਵਿੱਚ ਲਿਖਿਆ ਉੱਦਾਂ ਵੀ ਕਰ ਸਕਦੇ। ਇਨਵੋਇਸ
प्राइस निकाल लो पहला 1,20,000 ਦੇ ਵਿੱਚ प्लस कर दो 25% ਤੁਹਾਡੇ ਕੋਲ ਆ ਜਾਏਗਾ 1,50,000 1,50,000 ਮਾਈਨਸ ਕਰ ਦੋ ਕੋਸਟ 1,20,000 ਤਾਂ ਵੀ ਅਲਟੀਮੇਟਲੀ 30,000 ਹੀ ਆਏਗਾ। ਡਾਇਰੈਕਟ ਤੁਸੀਂ ਲੋਡਿੰਗ ਯਾਦ ਰੱਖਣਾ, ਲੋਡਿੰਗ ਉਹ ਹੋਏਗਾ ਜਿੰਨਾ ਪਰਸੈਂਟੇਜ ਹੈ ਅਬਵ ਕੋਸਟ, ਤਾਂ ਤੁਸੀਂ ਉਹਨੂੰ ਕੋਸਟ ਦੇ ਉੱਤੇ ਨਿਕਾਲ ਲੋਗੇ, ਡਾਇਰੈਕਟ ਤੁਹਾਡਾ ਆਂਸਰ ਆ ਜਾਏਗਾ। ਨੈਕਸਟ ਕੁਐਸਚਨ ਤੇ ਚਲਦੇ ਹਾਂ। Consignor sends goods worth rupees 80,000. Consignee incurs 4,000 freight and 6,000 go down rent. 1/4 goods remain unsold. Value of closing stock निकालनी है। ठीक है, ਹੁਣ ਦੇਖੋ ਕੰਜ਼ਾਈਨਰ ਨੇ ਗੁੱਡਸ ਭੇਜੇ 80,000 ਦੇ, ਸਿੱਧਾ ਕੈਲਕੂਲੇਸ਼ਨ ਤੇ ਆਉਂਦੇ ਆਪਾਂ। ਗੁੱਡਸ ਭੇਜੇ 80,000 ਦੇ, ਉਹਦੇ ਚੋਂ 1/4 ਹੈ ਜਿਹੜੇ ਉਹ ਅਨਸੋਲਡ ਹੈ, ਤਾਂ 80,000 ਦਾ ਤੁਸੀਂ ਸਿੱਧਾ 1/4 ਕਰੋਗੇ, ਤੁਹਾਡੇ ਕੋਲ ਆਏਗਾ 20,000। ਤਾਂ ਕਿੰਨੀ ਵੈਲਿਊ ਆਈ ਅਨਸੋਲਡ ਗੁੱਡਸ ਦੀ? 20,000। ਠੀਕ ਹੈ, ਹੁਣ ਸਾਡਾ ਮੇਨ ਕੰਮ ਕੀ ਹੁੰਦਾ ਹੈ? ਐਡ ਕਰਨੇ ਹੈ ਪ੍ਰੋਪੋਰਸ਼ਨੇਟ ਨੋਨ ਰਿਕਰਿੰਗ ਐਕਸਪੈਂਸਿਸ। ਤਾਂ ਪ੍ਰੋਪੋਰਸ਼ਨੇਟ ਨੋਨ ਰਿਕਰਿੰਗ ਐਕਸਪੈਂਸਿਸ ਕਿਹੜੇ ਹੈ? ਚਾਹੇ ਉਹ ਕੰਜ਼ਾਈਨਰ ਦੇ ਚਾਹੇ ਉਹ ਕੰਜ਼ਾਈਨੀ ਦੇ, ਦੋਨਾਂ ਦੇ ਐਡ ਕੀਤੇ ਜਾਂਦੇ। ਇੱਥੇ ਹੈਗੇ 4,000, ਪਰ ਗੋ ਡਾਊਨ ਰੈਂਟ ਕੀ ਹੈ? ਰਿਕਰਿੰਗ ਐਕਸਪੈਂਸਿਸ ਹੈ, ਤਾਂ ਇਹਨੂੰ ਨਹੀਂ ਲਾ। ਤੇ 4,000 ਦੀ ਵੈਲਿਊ ਕਿੰਨਾ ਗੁੱਡਸ ਦੇ ਉੱਤੇ ਹੈ? ਕਿੰਨੇ ਤੇ ਹੈ? 80,000 ਦੇ ਉੱਤੇ, ਪਰ ਆਪਾਂ ਕਿੰਨੇ ਗੁੱਡਸ ਤੇ ਨਿਕਾਲਣੀ ਹੈ? 20,000 ਗੁੱਡਸ ਦੇ ਉੱਤੇ ਨਿਕਾਲਣੀ ਹੈ। ਤਾਂ 4 0 ਨਾਲ 4 0 ਕੈਂਸਲ, 2 1 2, 2 4 8, 4 ਨਾਲ 4 ਕੈਂਸਲ, ਇਹ ਆ ਜਾਏਗਾ ਤੁਹਾਡੇ ਕੋਲ 1,000 ਰੁਪੀज़। ਨॉन ਰਿਕਰਿੰਗ ਪ੍ਰਪੋਰਸ਼ਨੇਟ ਐਕਸਪੈਂਸਿਸ ਕਿੰਨੇ ਆ ਜਾਓਗੇ? 1,000 ਰੁਪੀज़। 1,000 ਆਗੇ ਐਡ ਕਰ ਦੋਗੇ ਕਲੋजिंग ਸਟਾਕ ਦੀ ਵੈਲਿਊ ਦੇ ਵਿੱਚ, 20,000 + 1,000 ਕਰ ਦੋਗੇ, ਅਨਸੋਲਡ ਸਟਾਕ ਕਿੰਨਾ ਹੋਏਗਾ? 21,000। ਸੋ ਆਪਸ਼ਨ लगता है साढ़े गलत टाइप हो गए है, कोई भी ऑप्शन कर लो। 21,000 एक 21,000 सही आंसर है। एक बार आप दोबारा रीचैक कर लें। 80,000 रुपीज़ के वर्थ के गुड्स सीगे, जिसों 1/4 अनसोल्ड रह गए। 20,000 रुपीज़ के अनसोल्ड रह गए, बट नॉन रिकरिंग एक्सपेंसिस प्रपोर्शनेट बेसिस पे ऐड करने हैं। 4,000 है वो सिर्फ आप लवांगे फ्रेट, गो डाउन रेंट आप नहीं लवांगे। तो 4,000 की वैल्यू 80,000 के उत्ते आप कि निकालनी है? 20,000 के उत्ते। तो ₹1,000 साडा हो आ गया। ₹20,000 हो गया साडा अनसोल्ड स्टॉक, प्लस कर दिते प्रपोर्शनेट एक्सपेंसिस 21,000 रुपीज़ ही क्लोजिंग स्टॉक की वैल्यू आती है। सो 21,000 ही इसका करेक्ट आंसर हो जाएगा। ओके, नैक्सट चलते हैं। इन कंसाइनमेंट अकाउंटिंग लोडिंग मीनस, लोडिंग का मतलब की है? एक्सैस गुड्स एंड एक्सपेंसिस ऑफ कंसाइनी, डिफरेंस बिटवीन कॉस्ट और इनवॉइस प्राइस। सानू पता है लोडिंग का मतलब की है? एक्सट्रा जो भी आप कॉस्ट तो लगा के भेजते हैं कंसाइनी नू, वो हो जाता है। तो ये की हो जाएगा? डिफरेंस बिटवीन कॉस्ट इनवॉइस प्राइस। नैक्सट देखो, एक्सप्लेनेशन च भी यही लिखा है, प्रॉफिट मार्जन ऐड करके कंसाइनर वालों ओवर कॉस्ट इनवॉइस प्राइस मस्ट बी रिमूवड, और इनू आप रिमूव करते हैं जो आप कंसाइनर अकाउंट बनाने, और यदि एडजस्टमेंट की एंट्री मैं सारी थोनू करवाई हुई है। 14th क्वेश्चन देखो, 10% ऑफ द गुड्स कॉस्ट ₹50,000 आर डिस्ट्रॉय बाय फायर। 50,000 के गुड्स के विचों 10% गुड्स इदा दे एबनॉर्मल लॉस मतलब फायर के करके डिस्ट्रॉय हो गए, और सारे के सारे इंश्योर्ड सीगे। दैन द इंश्योरेंस क्लेम विल बी, इंश्योरेंस क्लेम की वैल्यू कितनी होएगी? देखो 50,000 गुड्स सीगे, ठीक है, तो ਉਹਦੇ ਵਿੱਚੋਂ 10% ਗੁੱਡਸ ਹੈ ਜਿਹੜੇ ਉਹ ਖਰਾਬ ਹੋ ਗਏ ਅੱਗ ਲੱਗ ਕੇ, ਤਾਂ ਬੱਚਾ ਕਿੰਨਾ? 5,000। ਮਤਲਬ ਐਬਨੋਰਮਲ ਲੋਸ ਦੀ ਵੈਲਿਊ ਕਿੰਨੀ ਆਈ? 5,000। ਤਾਂ ਆਹ 5,000 ਦੇ 5,000 ਕੀ ਸੀਗੇ? ਇੰਸ਼ੋਰਡ ਸੀਗੇ। ਤਾਂ ਇੰਸ਼ੋਰੈਂਸ ਕੰਪਨੀ ਵੱਲੋਂ ਕਿੰਨਾ ਕਲੇਮ ਮਿਲੇਗਾ? ਪੂਰਾ ਦਾ ਪੂਰਾ 5,000। तो ऑप्शन ए ਦਾ ਕਰੈਕਟ ਹੋ ਜਾਏਗਾ 5,000 रुपीज़। एबनॉर्मल लॉस कितना है? 10% का 50,000। अगर फुली इंश्योर्ड है तो मतलब पूरा क्लेम मिल जाएगा 5,000 का। नैक्सट देखो, कंसाइनी ने गुड्स सैल किए वर्थ ₹1 लाख ऑन क्रेडिट, क्रेडिट के उत्ते मतलब की है? उधार के उत्ते कंसाइनी ने बेचे। ही इज़ एंटाइटल टू ऑर्डीनरी कमीशन एट 5%। ठीक है, ऑर्डीनरी कमीशन उन्होंने मिलती है 5% के उत्ते, बट डेलकैडरी कमीशन मिलती है 3%। डेलकैडरी कमीशन केड़ी है? जी बैड डेट्स से मिलनी है। इफ़ 2,000 बिकम्स बैड डेट्स द लॉस विल बी बोन बाय, तो वो लॉस कौन बोन करेगा अगर 2,000 है जोड़े बैड डेट्स हो गए? देखो क्वेश्चन इदा ही घुमा फिरा के आएगा, आंसर वह सिंपल जहा होना है। मैं तुहानू दस्सिया सीगा, अगर उन्होंने डेलकैडरी कमीशन मिल रही है कंसाइनी नू, बैड डेट्स का लॉस भी कौन बोन करेगा? कंसाइनी। सो इसका सिंपल आंसर बनता है कंसाइनी। अंडर डेलकैडरी कमीशन कंसाइनी बेयर्स ऑल द बैड डेट्स ऑन क्रेडिट सेल्स, सारे दे सारे बैड डेट्स वही बेयर करेगा। नैक्सट देखो, गुड्स कॉस्टिंग 60,000 रुपीज़ सेंड किए गए कंसाइनमेंट के उत्ते, कंसाइनी ने बेचे सिर्फ 80% फॉर ₹64,000। ठीक है, गुड्स की कॉस्टिंग कितनी सीगी? 60,000। कंसाइनी ने उन्होंने बेचा, ਉਹਦੇ ਵਿੱਚੋਂ सिर्फ 80% बेचा, किन्ने दे उत्ते? 64,000 ਦੇ। अनसोल्ड स्टॉक की वैल्यू प्रपोर्शनेट कॉस्ट प्लस प्रपोर्शनेट नॉन रिकरिंग एक्सपेंसिस ऑफ 4,000 वैल्यू ऑफ क्लोजिंग स्टॉक निकालनी है। सिंपल वैल्यू निकालनी है क्लोजिंग स्टॉक की। हुण सिंपल याद रखो, सीधा मेरा पैन नहीं चल रहा एक्चुअल दे विच, आपां कैलकुलेशन के उत्ते ही चलते हैं। देखो कॉस्ट ऑफ गुड नहीं सीगे 60,000, ये 80% पिके है, तो मतलब की है
20% ਨਹੀਂ ਵਿਕੇ ਤਾਂ 20% ਇਹਦਾ ਕਰੋਗੇ ਜਦੋਂ ਤੁਸੀਂ 60,000 ਦਾ 20% ਕਰੋਗੇ ਤੁਹਾਡੇ ਕੋਲ ਕਿੰਨਾ ਆਏਗਾ 12,000। ਇਹ ਹੋ ਗਿਆ ਅਨਸੋਲਡ ਸਟਾਕ। ਆਪਾਂ ਐਡ ਕੀ ਕਰਨਾ ਹੈ ਪ੍ਰਪੋਰਸ਼ਨੇਟ ਨੋਨ ਰਿਕਰਿੰਗ ਐਕਸਪੈਂਸਿਸ। ਨੋਨ ਰਿਕਰਿੰਗ ਐਕਸਪੈਂਸਿਸ ਕਿੰਨੇ ਹੈ 4,000 ਤੇ ਆ ਜਿਹੜਾ 4,000 ਹੈ ਆ ਕਿੰਨੇ ਦੇ ਉੱਤੇ ਹੈ 60,000 ਦੇ ਉੱਤੇ। ਆਪਾਂ ਕਿਹਦੇ ਉੱਤੇ ਨਿਕਾਲਣਾ ਹੈ 12,000 ਦੇ ਉੱਤੇ ਅਨਸੋਲਡ ਗੁੱਡਸ ਦੇ ਉੱਤੇ ਨਿਕਾਲਣਾ ਨਾ। ਤਾਂ ਇਹ 3 0 ਨਾਲ 3 0 ਆ ਕੈਂਸਲ 6 ਨਾਲ ਆ 0 ਨਾਲ ਆ ਕੈਂਸਲ 6 1 ਦਾ 6 6 2 ਦਾ 12 ਔਰ 2 और 400 ਨੂੰ ਮਲਟੀਪਲਾਈ ਕਰੋਗੇ ਆਏਗਾ 800। ਤਾਂ 800 ਕੇ ਆਏਗੇ ਨੋਨ ਰਿਕਰਿੰਗ ਐਕਸਪੈਂਸਿਸ। ਬਸ 12,000 ਦੇ ਵਿੱਚ ਤੁਸੀਂ ਨੋਨ ਰਿਕਰਿੰਗ ਐਕਸਪੈਂਸਿਸ ਨੂੰ ਐਡ ਕਰ ਦੋਗੇ 12,800 ਤੁਹਾਡਾ ਕੀ ਆਏਗਾ ਕਲੋਜ਼ਿੰਗ ਸਟਾਕ ਦੀ ਵੈਲਿਊ। ਸੋ ਆਪਸ਼ਨ ਏ ਦਾ ਕਰੈਕਟ ਹੋ ਜਾਏਗਾ। पता नहीं टाइपिंग मिस्टेक क्यों हो गई है इन्नी 12,800 आंसर आएगा। ओके नैक्सट देखो इफ कंजाइनी पे सम एक्सपेंसिस आउट ऑफ हिज ओन पॉकेट। जे कंजाइनी ने अपनी जेब दे विचों कुछ एक्सपेंसिस पे किए हैं तो ਉਹਦੀ जर्नल एंट्री की बनेगी। कंजाइनमेंट अकाउंट ਨੂੰ ਡੈਬਿਟ ਕੀਤਾ ਜਾਏਗਾ ਟੂ ਕੰਜ਼ਾਈਨੀ ਅਕਾउंट ਕੀਤਾ ਜਾਏਗਾ। ਕੰਜ਼ਾਈਨੀ ਅਕਾउंट ਡੈਬਿਟ ਕੀਤਾ ਜਾਏਗਾ ਟੂ ਕੰਜ਼ਾਈਨਮੈਂਟ ਕੀਤਾ ਜਾਏਗਾ। कैश टू कंजाइनमेंट ਕੀਤਾ ਜਾਏਗਾ ਜਾਂ ਕੰਜ਼ਾਈਨਮੈਂਟ ਅਕਾउंट ਡੈਬਿਟ टू कैश ਕੀਤਾ ਜਾਏਗਾ। एक्सपेंसिस है ਕੰਜ਼ਾਈਨਮੈਂਟ ਦੇ ਉੱਤੇ ਤਾਂ ਕੀ ਹੋਊਗਾ ਕੰਜ਼ਾਈਨਮੈਂਟ ਅਕਾउंट ਡੈਬਿਟ ਹੋਏਗਾ ਕਿਉਂਕਿ ਕੰਜ਼ਾਈਨਮੈਂਟ ਅਕਾउंट ਕੀ ਹੈ ਸਾਡਾ ਨੋਮੀਨਲ ਅਕਾउंट ਹੈ ਉਹਨੂੰ ਆਪਾਂ ਕਰਤਾ ਡੈਬਿਟ। ਹੁਣ ਪੇ ਕਿੰਨੇ ਕੀਤਾ ਹੈ ਕੰਜ਼ਾਈਨੀ ਨੇ ਪੇ ਕੀਤਾ ਤਾਂ ਉਹਦਾ ਪਰਸਨਲ ਅਕਾउंट ਕੀ ਹੋ ਜਾਏਗਾ ਕ੍ਰੈਡਿਟ। ਉਹ ਕੀ ਬਣ ਜਾਏਗਾ ਕ੍ਰੈਡਿਟ ਦਾ ਗਿਵਰ ਉਹਨੇ ਐਕਸਪੈਂਸਿਸ ਨੂੰ ਪੇ ਕੀਤਾ। ਸੋ ਐਕਸਪਲੇਨੇਸ਼ਨ 'ਚ ਹੈ ਐਕਸਪੈਂਸਿਸ ਇਨਕਰੀਜ਼ਿਸ ਤਾਂ ਕੰਸਾਈਨਮੈਂਟ ਕੋਸਟ ਔਰ ਉਹਨੂੰ ਡੈਬਿਟ ਕਰ ਦੇਵਾਂਗੇ। ਲਾਇਬਿਲਿਟੀ ਬਣ ਜਾਏਗੀ ਕੰਸਾਈਨੀ ਦੀ ਤਾਂ ਉਹਨੂੰ ਆਪਾਂ ਕ੍ਰੈਡਿਟ ਕਰ ਦਾਂਗੇ ਕ੍ਰੈਡਿਟ ਦਾ ਗਿਵਰ ਕਰਕੇ ਕਿਉਂਕਿ ਉਹਨੇ ਉਹਨੂੰ ਪੇ ਕੀਤਾ ਹੈ। ਐਬਨੋਰਮਲ ਲੋਸ ਔਨ ਕੰਸਾਈਨਮੈਂਟ ਇਜ਼ ਵੈਲਿਊਡ ਐਟ। ਐਬਨੋਰਮਲ ਲੋਸ ਨੂੰ ਕਿਹਦੇ ਉੱਤੇ ਵੈਲਿਊ ਕਰਦੇ ਹਾਂ ਆਪਾਂ ਕੋਸਟ ਪਲੱਸ ਪ੍ਰਪੋਰਸ਼ਨੇਟ ਨੋਨ ਰਿਕਰਿੰਗ ਐਕਸਪੈਂਸਿਸ। ਸੋ ਆਪਸ਼ਨ ਸੀ ਇਹਦਾ ਕਰੈਕਟ ਹੋ ਜਾਏਗਾ। ਮਾਰਕੀਟ ਪ੍ਰਾਈਸ ਇਜ਼ ਅਨਰਿਲੇਟਿਡ। ਕੋਸਟ ਪ੍ਰਾਈਸ ਓਨਲੀ ਨਹੀਂ ਇਹਦੇ ਵਿੱਚ ਆਪਾਂ ਨੋਨ ਪ੍ਰਪੋਰਸ਼ਨੇਟ ਐਕਸਪੈਂਸਿਸ ਨੂੰ ਐਡ ਕਰਦੇ ਹਾਂ। ਇਨਵੋਇਸ ਪ੍ਰਾਈਸਿਸ ਦੇ ਵਿੱਚ ਤਾਂ ਕੀਤਾ ਹੀ ਨਹੀਂ ਜਾਂਦਾ ਉਹਨੂੰ ਆਪਾਂ ਐਕਸਕਲੂਡ ਕਰ ਦਿੰਦੇ ਹਾਂ। ਸੋ ਆਪਸ਼ਨ ਸੀ ਇਹਦਾ ਕਰੈਕਟ ਹੋ ਜਾਏਗਾ ਕੋਸਟ ਪਲੱਸ ਪ੍ਰਪੋਰਸ਼ਨੇਟ ਨੋਨ ਰਿਕਰਿੰਗ ਐਕਸਪੈਂਸਿਸ। ਐਕਸਪਲੇਨੇਸ਼ਨ ਕੀ ਹੈ ਐਬਨੋਰਮਲ ਲੋਸ ਇਜ਼ ਵੈਲਿਊਡ ਲਾਈਕ ਕਲੋਜ਼ਿੰਗ ਸਟਾਕ ਬਟ ਨਾਟ ਐਡਜਸਟਡ ਫॉर ਨੋਰਮਲ ਲੋਸ। ਔਰ ਇਹਨੂੰ ਐਡਜਸਟ ਨਹੀਂ ਕੀਤਾ ਜਾਂਦਾ ਨੋਰਮਲ ਲੋਸ ਦੀ ਤਰ੍ਹਾਂ ਇਹਨੂੰ ਆਪਾਂ ਐਕਸਕਲੂਡ ਕਰ ਦਿੰਦੇ। ਨੈਕਸਟ ਕੁਐਸਚਨ ਤੇ ਚਲਦੇ ਹਾਂ। ਆਈ ਥਿੰਕ 2 ਕੁਐਸਚਨ ਹੋਰ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲ ਕਮਿਸ਼ਨ ਬੇਸਡ ਔਨ ਸੇਲਸ ਪ੍ਰੋਸੀਡ ਇਰਰਿਸਪੈਕਟਿਵ ਆਫ ਪ੍ਰੋਫਿਟ ਐਂਡ ਲੋਸ ਇਜ਼ ਕਾਲਡ। ਸਿਰਫ ਸੇਲਸ ਦੇ ਉੱਤੇ ਦਿੱਤੀ ਜਾਣ ਵਾਲੀ ਕਮਿਸ਼ਨ ਕਿਹੜੀ ਹੁੰਦੀ ਹੈ ਆਰਡੀਨਰੀ ਕਮਿਸ਼ਨ। ਡੈਲਕੈਡਰੇ ਕਿਹੜੀ ਹੁੰਦੀ ਹੈ ਜੋ ਬੈਡ ਡੈਟਸ ਦੇ ਉੱਤੇ ਮਿਲਦੀ। ਓਵਰਰਾਈਡਿੰਗ ਕਮਿਸ਼ਨ ਕੀ ਹੁੰਦੀ ਹੈ ਜੋ ਐਕਸਟਰਾ ਐਫਰਟਸ ਲਗਾਉਂਦਾ ਹੈ ਸੇਲਸ ਨੂੰ ਵੇਚਣ ਵਾਸਤੇ। ਮੈਨੇਜਰੀਅਲ ਕਮਿਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਤਾਂ ਮੈਂ ਤਿੰਨੋਂ ਕਮਿਸ਼ਨਸ ਤੁਹਾਨੂੰ ਪੜ੍ਹਾਈਆਂ ਹੈ ਜਿਹਨੇ ਕਲਾਸਿਸ ਨਹੀਂ ਦੇਖੀਆਂ ਉਹ ਤੁਸੀਂ ਦੇਖ ਸਕਦੇ ਹੋ। ਤਾਂ ਆਰਡੀਨਰੀ ਕਮਿਸ਼ਨ ਇਹਦਾ ਆਂਸਰ ਹੋ ਜਾਏਗਾ। ਸਿਰਫ ਸੇਲਸ ਪ੍ਰੋਸੀਡ ਵਾਸਤੇ ਕਿਹੜੀ ਕਮਿਸ਼ਨ ਦਿੱਤੀ ਜਾਂਦੀ ਹੈ ਆਰਡੀਨਰੀ। ਡੈਲਕੈਡ ਗਰੰਟੀ ਦਿੱਤਾ ਜਾਂਦਾ ਬੈਡ ਡੈਟਸ ਦਾ। ਓਵਰਰਾਈਡਿੰਗ ਹੁੰਦਾ ਹੈ ਐਡੀਸ਼ਨਲ ਇਨਸੈਂਟਿਵ ਜਾਂ ਫਿਰ ਆਪਾਂ ਕਹਿੰਦੇ ਹਾਂ ਕਿ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਕੰਜ਼ਾਈਨੀ ਨੇ ਤਾਂ ਉਹਨੂੰ ਥੋੜ੍ਹੇ ਐਕਸਟਰਾ ਪੈਸੇ ਦੇ ਦੇਣਾ। ਠੀਕ ਹੈ। ਵਿਚ ਆਫ ਦ ਫॉलोइंग इज रिकरिंग एक्सपेंसिस। रिकरिंग एक्सपेंसिस ਕਿਹੜੇ ਹੈ ਫਰੇਟ ਹੈ ਨॉन रिकरिंग इंश्योरेंस है नॉन रिकरिंग कैरेज इनवर्ड भी नॉन रिकरिंग है। ਨੈਕਸਟ ਆਉਂਦਾ ਗੋਡਾਊਨ ਰੈਂਟ रिकरिंग इन नेचर है। ठीक है ਮੈਂ ਤੁਹਾਨੂੰ ਦੱਸਿਆ ਸੀ रिकरिंग ਵਾਲੇ ਕਿਹੜੇ ਹੋਗੇ ਸੈਲਿੰਗ ਦੇ ਨਾਲ ਰਿਲੇਟ ਕਰੂਗੇ ਜਾਂ ਫਿਰ ਸਟੋਰੇਜ ਦੇ ਨਾਲ याद रखना। ठीक है तो स्टोरेज नाल कौन करता है गोडाउन रेंट। तो गोडाउन रेंट की हो जाएगा साडा रिकरिंग एक्सपेंसिस। स्टोरेज एंड मेनटेनेंस वास्ते आफ्टर गुड्स रीच टू कंजाइनी प्लेस जो कंजाइनी की प्लेस तक पहुँच के उस तो बाद जो एक्सपेंसिस है वो रिकरिंग एक्सपेंसिस। ठीक है सो ये सी लास्ट क्वेश्चन अपनी क्लास का। आई होप तुहानू सारे दे सारे 22 क्वेश्चनस क्लीयर हो गए। सारे ऑप्शनस तुहानू पता चल गए होगे कि कैलकुलेशनस किद्दां करनी है। देखो कैलकुलेशन इन्नी लेंदी आएगी नहीं MCQ बेस दे विच क्वेश्चन वो लेंदी बना दोगे आंसर होता छोटा जिहा ही होना। आई होप तुहानू क्लास वधिया लगी होए। जे तुहानू क्लास वधिया लगी होए चैनल नू सबसक्राइब करना और वीडियो नू वध तों वध शेयर और लाइक जरूर करना। ਇਹਦੇ ਨਾਲ मेरा टैलीग्राम चैनल भी ज्वाइन कर लो फॉर रेगुलर अपडेट्स। प्लस अपना फीडबैक मैनू ज़रूर दिया करो कमेंट सैक्शन दे विच। मिलांगे नैक्सट क्लास दे विच नैक्सट टॉपिक दे नाल। थैंक यू सो मच।